ब्रेक तो बाद एक बार फिर तो तुहाडा स्वागत है। ਅਸੀਂ ਅੱਜ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਨਵੇਂ ਸਿਆਸੀ ਸਮੀਕਰਨ ਦੇ ਉੱਤੇ ਕਿ ਨਵਾਂ ਗਠਜੋੜ ਪੰਜਾਬ ਦੇ ਵਿੱਚ ਹੋਣ ਜਾ ਰਿਹਾ ਹੈ ਕਿ ਬੀਐਸਪੀ ਤੇ ਅਕਾਲੀ ਦਲ ਇਕੱਠੇ ਹੋ ਜਾਣਗੇ। ਹਾਲਾਂਕਿ ਬੀਐਸਪੀ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਰੂਰ ਇੱਕ ਦਾਅਵਾ ਕੀਤਾ ਗਿਆ, ਪਰ ਹੁਣ ਜਸਵੀਰ ਗੜੀ ਇਹ ਜ਼ਰੂਰ ਕਹਿ ਗਏ ਕਿ ਕੋਈ ਮੁਲਾਕਾਤਾਂ ਨੂੰ ਲੈ ਕੇ ਅਸੀਂ ਵੈਰੀਫਾਈ ਨਹੀਂ ਕਰ ਰਹੇ, ਪਰ ਉੱਪਰਲੇ ਲੈਵਲ ਤੇ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ, ਜਾਂ ਇੱਕ ਤਰੀਕੇ ਨਾਲ ਕਹਿ ਲਓ ਕਿ ਉਹ ਇਸ ਨੂੰ ਪਬਲਿਕਲੀ नहीं करना चाहते। खैर ਅਸੀਂ ਗੱਲਬਾਤ ਕਰਾਂਗੇ ਕਿ ਇਸ ਦਾ ਮਤਲਬ ਕੀ ਹੈ, ਕਿ ਵਾਕਈ ਹੀ ਪੰਜਾਬ ਦੇ ਵਿੱਚ ਕੋਈ ਨਵਾਂ ਸਿਆਸੀ ਗੜਜੋੜ ਹੋਣ ਜਾ ਰਿਹਾ ਹੈ। ਇਸ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ ਕਾਂਗਰਸ ਦੇ ਨੁਮਾਇੰਦੇ ਸਾਡੇ ਨਾਲ ਨੇ ਪ੍ਰਿੰਸ ਖੁੱਲਰ ਜੀ, ਉਹਨਾਂ ਤੋਂ ਹੀ। ਖੁੱਲਰ ਸਾਹਿਬ, ਉਮੀਦ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਪਹਿਲਾ ਰਿਐਕਸ਼ਨ ਕਾਂਗਰਸ ਦਾ, ਕਾਂਗਰਸ ਦੇ ਸਾਹਮਣੇ ਇੱਕ ਨਵੀਂ ਚੁਣੌਤੀ। ਤੁਹਾਨੂੰ ਲੱਗ ਰਿਹਾ ਸੀ ਅਕਾਲੀ ਬੀਜੇਪੀ ਗੜਜੋੜ ਟੁੱਟ ਗਿਆ ਤਾਂ ਹੁਣ ਰਾਹ ਆਸਾਨ ਹੋ ਗਈ, ਪਰ ਹੁਣ ਇੱਕ ਨਵਾਂ ਗੜਜੋੜ, ਦੁਆਬੇ ਦੇ ਵਿੱਚ ਇੱਕ ਵੱਡਾ ਆਧਾਰ ਬੀਐਸਪੀ ਦਾ, ਦਲਿਤ ਵੋਟ ਬੈਂਕ ਪੰਜਾਬ ਦੇ ਵਿੱਚ ਵੱਡਾ, ਤੇ ਇਸ ਵਿਚਾਲੇ ਗੜਜੋੜ ਅਕਾਲੀ ਦਲ ਨਾਲ। ਗੱਲ ਇਹ ਆ ਗੌਰਵ ਜੀ ਕਿ ਸਾਡੇ ਅੱਗੇ ਕਾਂਗਰਸ ਦੇ ਅੱਗੇ ਕੋਈ ਵੀ ਚੁਣੌਤੀ ਨਹੀਂ ਆ। ਇਹ ਇਹਨਾਂ ਦਾ ਇੰਟਰਨਲ ਮੈਟਰ ਆ ਕਿ ਜਿੱਥੇ ਇਹਨਾਂ ਨੇ ਕਿਹਦੇ ਨਾਲ ਅਲਾਈਅੰਸ ਕਰਨਾ, ਕਿਹਦੇ ਨਾਲ ਨਹੀਂ। ਤੁਸੀਂ ਮੈਨੂੰ ਇੱਕ ਗੱਲ ਦੱਸੋ ਗੌਰਵ ਜੀ ਕਿ ਜਿਹੜਾ ਹੈਗਾ ਵਾ 10 ਸਾਲ ਤੇ ਇਹਨਾਂ ਦਾ ਰਾਜ ਰਿਹਾ, ਉਦੋਂ ਤੇ ਇਹਨਾਂ ਨੂੰ ਦਲਿਤ ਵਰਗ ਦੀ ਯਾਦ ਨਹੀਂ ਆਈ। ਹੁਣ ਇਹਨਾਂ ਨੇ ਸਿਰਫ ਜਿਹੜਾ ਇਹ ਕੰਮ ਕੀਤਾ ਵਾ ਕਿ ਸਿਰਫ ਸਾਨੂੰ 4 ਵੋਟਾਂ ਕਿਤੋਂ ਇਧਰੋਂ ਉਧਰੋਂ ਪੈ ਜਾਣ, ਉਹਦਾ ਇਹ ਕੰਮ ਕਰ ਰਹੇ ਆ। ਇਹ ਦੱਸਣਾ ਇਹਨਾਂ ਨੇ ਦਲਿਤਾਂ ਨੇ ਕੀਤਾ ਕੀ ਹੈ। ਮੈਨੂੰ ਇੱਕ ਗੱਲ ਦੱਸ ਦੇ, ਇੰਟਰਨਲ ਮਸਲੇ ਤਾਂ ਸਾਰਿਆਂ ਦੇ ਹੁੰਦੇ ਆ ਪ੍ਰਿੰਸ ਖੁੱਲਰ ਜੀ, ਇੰਟਰਨਲ ਮਸਲੇ ਤਾਂ ਤੁਹਾਡੇ ਵੀ ਪਿਛਲੇ 5-10 ਦਿਨਾਂ ਤੋਂ ਖੂਬ ਚਰਚਾ ਦੇ ਵਿੱਚ ਨੇ, ਪਰ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਪੋਲਿਟਿਕਸ ਨੂੰ ਤਾਂ ਤੁਹਾਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਨਗੇ ਨਹੀਂ ਕਰਨਗੇ? ਬੀਐਸਪੀ ਅਕਾਲੀ ਦਲ ਦਾ ਗੜਜੋੜ ਤੁਹਾਨੂੰ ਪ੍ਰਭਾਵਿਤ ਕਰੇਗਾ ਕਿ ਨਹੀਂ ਕਰੇਗਾ? ਨਹੀਂ, ਕੋਈ ਪ੍ਰਭਾਵਿਤ ਨਹੀਂ ਕਰੇਗਾ ਜੀ। ਜਿੰਨੇ ਕੰਮ ਨਹੀਂ ਤੁਹਾਨੂੰ ਲੱਗਦਾ ਬੀਐਸਪੀ ਦਾ ਕੋਈ ਆਧਾਰ ਨਹੀਂ? ਕਿਹਦਾ ਆਧਾਰ ਨਹੀਂ? ਬੀਐਸਪੀ ਦਾ ਆਧਾਰ ਨਹੀਂ ਪੰਜਾਬ 'ਚ? ਦੇਖੋ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਬੀਐਸਪੀ ਦਾ ਜੋ ਵੋਟ ਸ਼ੇਅਰ ਆ ਉਹ ਤੁਹਾਡੇ ਸਾਹਮਣੇ ਰਿਹਾ ਤਾਂ, ਔਰ ਜਿਹੜੇ ਮੋਸਟਲੀ ਜਿਹੜਾ ਇਹ ਵਰਗ ਹੈ ਇਹ ਸਾਰਾ ਦਲਿਤ ਵਰਗ ਸਾਡੇ ਨਾਲ ਰਿਹਾ, ਉਹ ਸਾਰਾ ਨਹੀਂ। ਖੁੱਲਰ ਸਾਹਿਬ ਕਲੀਅਰ ਕਰਾਂ ਕਿ ਕਾਂਗਰਸ ਬੀਐਸਪੀ ਦੇ ਨਾਲ ਗੜਜੋੜ ਬਾਰੇ ਨਹੀਂ ਸੋਚ ਰਹੀ? ਜੇ ਆਫਰ ਹੋਇਆ ਜਾਂ ਗੱਲਬਾਤ ਤੁਰੀ, ਨਹੀਂ ਕਰਨਾ ਤੁਸੀਂ ਗੜਜੋੜ? ਨਹੀਂ, ਸਾਡੀ ਕੋਈ ਹਾਲੇ ਜੀ ਅਸੀਂ ਕਿਸੇ ਨਾਲ ਕੋਈ ਗੱਠਜੋੜ ਦੀ ਹਲੇ ਕੋਈ ਸਾਡੀ ਪਾਲਿਸੀ ਨਹੀਂ ਹੈ, ਨਾ ਅਸੀਂ ਕੋਈ ਗੱਠਜੋੜ ਕਰਨ ਜਾ ਰਹੇ। ਅਸੀਂ ਡਿਵੈਲਪਮੈਂਟ ਕਾਰਡ ਗੌਰਵ ਜੀ ਲੈ ਕੇ ਲੋਕਾਂ 'ਚ ਜਾਣਾ, ਜਿਹੜੇ ਅਸੀਂ ਕੰਮ ਕੀਤੇ ਨੇ ਉਹਦੇ ਆਧਾਰ ਤੇ ਲੋਕਾਂ 'ਚ ਜਾਣਾ। ਔਰ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜੇ ਅਸੀਂ ਕੰਮ ਕੀਤੇ ਆ ਲੋਕ ਉੱਤੇ ਮੋਹਰ ਲਾਉਣਗੇ। ਉਹ ਦੇਖੋ 2019 ਦੀ ਲੋਕ ਸਭਾ ਇਲੈਕਸ਼ਨ 'ਚ ਵੀ ਲੱਗੀ ਆ, ਹੁਣ ਚੋਣਾਂ ਹੋਈਆਂ ਨੇ ਐਮਸੀ ਦੀਆਂ, ਦੂਜੀਆਂ ਸਾਰੇ ਉਹਨਾਂ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਲੋਕਾਂ ਨੇ ਸਾਡਾ ਸਾਥ ਦਿੱਤਾ। ਸੋ ਸਾਨੂੰ ਕੋਈ ਇਹਦਾ ਹੈ ਨਹੀਂ ਹੈ ਜੀ ਵੀ ਕੋਈ ਜੇ ਅਕਾਲੀ ਦਲ ਬਸਪਾ ਨਾਲ ਕਰਦਾ ਜਾਂ ਉਹਦੇ ਨਾਲ ਕਰਦਾ। ਦੇਖੋ ਅਕਾਲੀ ਦਲ ਔਰ ਬੀਜੇਪੀ ਦਾ ਜਿਹੜਾ ਇਹਨਾਂ ਦਾ ਦੋਵਾਂ ਦਾ ਇੱਕੋ ਹੀ ਮੋਟਿਵ ਹੁੰਦਾ ਵਾ ਕਿ ਜੀ ਇਹ ਧਰਮ ਔਰ ਜਾਤੀ ਦੇ ਨਾਂ ਤੇ ਰਾਜਨੀਤੀ ਕਰਦੇ। ਅਸੀਂ ਸੈਕੂਲਰ ਪਾਰਟੀ ਹੈ। ਇਹ ਮੈਂ ਤਾਂ ਤੁਹਾਨੂੰ ਕਿਹਾ ਕਰੋ ਜੀ, ਇਹ ਦੱਸ ਦੇਣ ਕਿ ਇਹਨਾਂ ਨੇ ਦਲਿਤਾਂ ਵੀ ਅਜੇ ਤੱਕ ਇੱਕ ਕੰਮ ਕੀ ਕੀਤਾ ਵਾ, ਦੱਸ ਦੇਣ ਨਾ। ਜਿਹੜੀ ਹੁਣ ਸੈਂਟਰ ਤੋਂ ਬੀਜੇਪੀ ਵਾਲੇ ਗੱਲ ਕਰਦੇ ਆ ਕਿ ਅਸੀਂ ਪੰਜਾਬ 'ਚ ਸੀਐਮ ਕੈਂਡੀਡੇਟ ਦਲਿਤ ਬਣਾਵਾਂਗੇ, ਇਹ ਪਹਿਲਾਂ ਉੱਥੇ ਤੋਂ ਬਣਾ ਕੇ ਵਿਖਾਉਣ। ਦੱਸੋ ਨਾ ਕਿ ਇਹਨਾਂ ਕਿਹੜਾ ਉੱਥੇ ਡਿਪਟੀ ਸੀਐਮ ਬਣਾਉਂਦੇ। ਨਹੀਂ ਪ੍ਰਿੰਸ ਖੁੱਲਰ ਜੀ, ਚਰਚਾਵਾਂ ਤੁਹਾਡੀਆਂ ਵੀ ਬਹੁਤ ਹੈ ਕਿ ਤੁਸੀਂ ਵੀ ਡਿਪਟੀ ਸੀਐਮ ਕੋਈ ਦਲਿਤ ਦੇ ਭਾਈਚਾਰੇ 'ਚੋਂ ਲਗਾ ਸਕਦੇ ਹੋ, ਜਾਂ ਫਿਰ ਕੋਈ ਐਕਟਿੰਗ ਪ੍ਰੈਜ਼ੀਡੈਂਟ ਹੋ ਸਕਦਾ ਹੈ। ਨਹੀਂ ਗੌਰਵ ਜੀ, ਉਹ ਦੇਖੋ ਮੀਡੀਆ ਦੀਆਂ ਕਿਆਸ ਰਹੀਆਂ ਨੇ, ਕੋਈ ਹਲੇ ਕੋਈ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੈ, ਕੋਈ ਕੁਛ ਨਹੀਂ ਹੈ। ਉਹ ਸਾਡੇ ਮੀਡੀਆ ਦੇ ਲੋਕਾਂ ਦੀਆਂ ਕਿਆਸ ਰਹੀਆਂ ਨੇ, ਕੋਈ ਹਲੇ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੈ। ਅਸੀਂ ਦੇਖੋ ਸਾਡੀ ਪਾਰਟੀ ਚ ਠੀਕ ਹੈ ਖੁੱਲਰ ਜੀ, ਤੁਸੀਂ ਮੰਨੋ ਨਾ ਮੰਨੋ, ਪਰ ਗੱਲ ਇੱਕ ਤਾਂ ਬੜੀ ਕਲੀਅਰ ਹੈ ਕਿ ਧੂਆਂ ਤਾਂ ਹੀ ਉੜਦਾ ਜੇ ਕਿਤੇ ਅੱਗ ਲੱਗੀ ਹੋਵੇ। ਜੇ ਗੱਲਬਾਤ ਹੋ ਰਹੀ ਹੈ, ਚਰਚਾ ਤਾਂ ਕਿਤੇ ਹੋ ਰਹੀ ਹੋਏਗੀ। ਤੁਹਾਨੂੰ ਵੀ ਪਤਾ ਹੀ ਹੈ ਦਲਿਤ ਵੋਟ। ਚਲੋ ਮੈਂ ਤੁਹਾਡੇ ਕੋਲ ਆਉਂਦਾ, ਮੈਂ ਤੁਹਾਡੇ ਕੋਲ ਆਉਂਦਾ। ਪੁੰਦਰ ਸਾਹਿਬ, ਆਵਾਜ਼ ਕਲੀਅਰ ਨਹੀਂ ਆ ਰਹੀ, ਕੋਈ ਪਤਾ ਲੱਗ ਰਿਹਾ ਮੈਨੂੰ ਡਿਸਟਰਬੈਂਸ ਹੈ ਪਿੱਛੇ ਤੁਹਾਡੇ ਜੀ? ਮੈਨੂੰ ਲੱਗਦਾ ਕੁਝ ਨੈਟਵਰਕ ਦਾ ਇਸ਼ੂ ਹੈ, ਇਸ ਕਰਕੇ ਕੋਈ ਪ੍ਰੋਬਲਮ ਹੈ ਸਾਡੇ। ਮੇਰੀ ਤਾਂ ਤੁਹਾਡੀ ਆਵਾਜ਼ ਮੇਰੇ ਕੋਲ ਕਲੀਅਰ ਆ ਰਹੀ ਹੈ ਵੈਸੇ। ਚਲੋ ਮੈਂ ਕੋਸ਼ਿਸ਼ ਕਰਾਂਗਾ ਦੁਬਾਰਾ ਅਸੀਂ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਸਕੀਏ। ਮੈਂ ਰੁਕ ਕਰਦਾ ਟਿਵਾਣਾ ਜੀ ਦਾ। ਟਿਵਾਣਾ ਜੀ, ਤੁਸੀਂ ਜ਼ਿਕਰ ਕਰ ਰਹੇ ਸੀਗੇ, ਦੇਖੋ ਕਾਂਗਰਸ ਦੇ ਨੁਮਾਇੰਦੇ ਤਾਂ ਸਾਫ਼-ਸਾਫ਼ ਕਹਿ ਗਏ ਕਿ ਸਾਡੀ ਕੋਈ ਅਜੇ ਇਸ ਤਰੀਕੇ ਦੀ ਪਲੈਨਿੰਗ ਨਹੀਂ ਹੈ ਕਿ ਅਸੀਂ ਜਾ ਕੇ ਬੀਐਸਪੀ ਨਾਲ ਗੜਜੋੜ ਕਰ ਲਈਏ। ਆਮ ਆਦਮੀ ਪਾਰਟੀ ਦੀ ਪਿਕਚਰ ਕਲੀਅਰ ਕਰੋ। ਤੁਸੀਂ ਇੱਕ ਤਰੀਕੇ ਨਾਲ ਕਹਿਤਾ ਕਿ ਹਾਈ ਕਮਾਨ ਨੇ ਕਰਨਾ ਹੈ ਜਾਂ ਵੱਡੀ ਲੀਡਰਸ਼ਿਪ ਨੇ ਕਰਨਾ ਹੈ, ਪਰ ਜਵਾਬ ਤਾਂ ਤੁਹਾਨੂੰ ਵੀ ਦੇਣਾ ਹੋਏਗਾ ਨਾ ਸਰ, ਕਿਉਂਕਿ ਤੁਸੀਂ ਅੱਜ ਡਿਬੇਟ 'ਚ ਬੈਠੇ ਹੋ ਤਾਂ ਬਹੁਤ ਸਾਰੇ ਵਰਕਰ ਆਮ ਆਦਮੀ ਪਾਰਟੀ ਦੇ ਜਿਹੜੇ ਜੁੜੇ ਨੇ ਜਾਂ ਨਹੀਂ ਜੁੜੇ ਨੇ ਉਹ ਵੀ ਤੁਹਾਨੂੰ ਦੇਖ ਰਹੇ ਹੋਣਗੇ, ਉਹ ਵੀ ਚਾਹੁੰਦੇ ਨੇ ਕਿ ਕੋਈ ਜਵਾਬ ਦੇਵੋ ਤੁਸੀਂ। ਗੌਰਵ ਜੀ, ਜਿੰਨਾ ਮੈਨੂੰ ਪਤਾ ਹੈ ਨਾ,
ਮੇਰਾ ਖਿਆਲ ਅਜੇ ਤੱਕ ਪਾਰਟੀ ਦੀ ਕਿਸ ਲੈਵਲ ਤੇ ਗੱਲ ਹੋਈ ਹੈ ਜਾਂ ਨਹੀਂ ਹੋਈ, ਇਹ ਤਾਂ ਵੈਸੇ ਸਟੇਟ ਲੀਡਰਸ਼ਿਪ ਜਾਂ ਸਾਡੀ ਸੈਂਟਰ ਲੀਡਰਸ਼ਿਪ ਦੱਸ ਸਕਦੀ ਹੈ, ਪਰ ਮੈਂ ਨਹੀਂ ਸੁਣਿਆ ਅਜੇ ਤੱਕ ਕੋਈ ਵੀ ਐਸੀ ਗੱਲ ਚੱਲ ਰਹੀ ਹੈ। ਹਾਂ, ਆਪਾਂ ਜਿੱਥੇ ਤੱਕ ਅਕਾਲੀ, ਕਿਉਂਕਿ ਜਿਹੜਾ ਮੁੱਦਾ ਹੈ ਅਕਾਲੀ ਦਲ ਤੇ ਬੀਐਸਪੀ ਦੀ ਗੱਠਜੋੜ ਦਾ ਮੁੱਦਾ ਹੈ। ਅਕਾਲੀ ਦਲ ਵਾਲੇ ਬੜੇ ਹਤਾਸ਼ ਹੋਏ ਨੇ, ਵਿਸਾਖੀਆਂ ਦੀ ਭਾਲ ਤੇ ਨੇ ਵੀ ਸਾਨੂੰ ਕਿ ਐਸੀ ਵਿਸਾਖੀ ਮਿਲੇ ਅਸੀਂ ਲੋਕਾਂ ਕੋਲ ਤੁਰ ਕੇ ਜਾ ਸਕੀਏ। ਮਿਲਦੀ ਹੈ ਨਹੀਂ ਮਿਲਦੀ ਬਾਅਦ ਦੀ ਗੱਲ ਹੈ, ਪਰ ਮੈਨੂੰ ਲੱਗਦਾ ਵੀ ਉਹ ਵਿਸਾਖੀ ਜੇ ਮਿਲ ਵੀ ਗਈ ਨਾ ਤਾਂ ਵੀ ਅਕਾਲੀ ਦਲ ਦਾ ਜਿਹੜਾ ਹੈਗਾ ਇਹਨਾਂ ਤੋਂ ਤੁਰ ਨਹੀਂ ਹੋਣਾ ਲੋਕਾਂ ਦੇ ਵਿੱਚ, ਵਿਚਰ ਨਹੀਂ ਹੋਣਾ ਲੋਕਾਂ ਦੇ ਵਿੱਚ, ਕਿਉਂਕਿ ਪਿਛਲੇ 10 ਸਾਲਾਂ ਦਾ ਜੋ ਇਤਿਹਾਸ ਹੈ ਨਾ ਅਕਾਲੀ ਦਲ ਦੇ ਰਾਜ ਦਾ, ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ। ਭੁੰਦੜ ਸਾਹਿਬ ਨੇ ਇਹ ਗੱਲ ਕਹੀ ਹੈ, ਭੁੰਦੜ ਸਾਹਿਬ ਵੈਸੇ ਬੜੇ ਸਤਿਕਾਰਯੋਗ ਲੀਡਰ ਨੇ, ਮੈਂ ਇਹਨਾਂ ਦਾ ਬੜੀ ਇੱਜ਼ਤ ਕਰਦਾ ਜਾਤੀ ਤੌਰ ਤੇ। ਇਹਨਾਂ ਨੇ ਕਿਹਾ ਵੀ ਸਾਡਾ 100 ਸਾਲ ਦਾ ਇਤਿਹਾਸ ਆ, ਬੜਾ ਕੁਰਬਾਨੀਆਂ ਭਰਿਆ। ਠੀਕ ਹੈ, ਕੁਝ ਹੱਦ ਤੱਕ ਸੱਚ ਬੋਲਦੇ ਨੇ, ਪਰ 1997 ਤੋਂ ਬਾਅਦ ਤਾਂ ਇਹਨਾਂ ਨੇ ਉਹ ਸਾਰੇ ਇਤਿਹਾਸ ਨੂੰ ਰੋੜ ਕੇ ਰੱਖਿਆ ਨਾ ਸਾਰੇ ਨੂੰ। ਔਰ ਇਹਨਾਂ ਦੇ ਰਾਜ 'ਚ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਔਰ ਉਹਨਾਂ ਦੇ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਨਾ, ਇਹ ਕਲੰਕ ਨੂੰ ਕਿੱਥੇ ਧੋਣਗੇ? ਇਹ ਬਹੁਤ ਵੱਡਾ ਕਲੰਕ ਹੈ ਸ਼੍ਰੋਮਣੀ ਅਕਾਲੀ ਦਲ ਤੇ, ਕਿਉਂਕਿ ਜਿਨ੍ਹਾਂ ਸਿੱਖਾਂ ਦੇ ਸਿਰਾਂ ਤੇ ਰਾਜ ਕੀਤਾ, ਪੰਥ ਦੇ ਨਾਮ ਲੈ ਕੇ ਰਾਜ ਕੀਤਾ, ਉਸੇ ਪੰਥ ਦੀ। ਠੀਕ ਹੈ ਜੀ ਨਹੀਂ, ਮੈਂ ਗੱਲ ਉਹੀ ਗੱਲ ਕਰਦਾ ਵੀ ਇਹ ਜਿਹੜੀ ਹੈ ਨਾ ਬੀਐਸਪੀ ਮੈਂ ਉਸ ਪੁਆਇੰਟ ਦੇ ਉੱਤੇ ਵੀ ਆਵਾਂ। ਦੇਖੋ ਨਹੀਂ, ਦੇਖੋ ਆਪਾਂ ਉਸੇ ਪੁਆਇੰਟ ਦੇ ਉੱਤੇ ਰਹੀਏ। ਮੈਂ ਬੀਜੇਪੀ ਤੋਂ ਵੀ ਰਿਐਕਸ਼ਨ ਲਵਾਂਗਾ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਚਰਚਾ 'ਚ ਰੌਲਾ ਹੀ ਪਵੇ ਤਾਂ ਹੀ ਵਧੀਆ ਹੁੰਦੀ ਹੈ। ਜ਼ਰੂਰੀ ਹੁੰਦਾ ਕਿ ਆਪਾਂ ਪੁਆਇੰਟ ਦੇ ਉੱਤੇ ਆ ਕੇ ਗੱਲ ਕਰ ਸਕਦੇ। ਦੇਖੋ, ਆਮ ਆਦਮੀ ਪਾਰਟੀ ਮਾਝੇ ਅਤੇ ਦੁਆਬੇ ਦੇ ਵਿੱਚ 2017 ਦੇ ਵਿੱਚ ਮਜ਼ਬੂਤ ਨਹੀਂ ਸੀ, ਤੁਸੀਂ ਮੰਨੋਗੇ ਇਸ ਚੀਜ਼ ਨੂੰ। ਮਾਝੇ 'ਚ ਤਾਂ ਬਿਲਕੁਲ ਇੱਕ ਤਰੀਕੇ ਨਾਲ ਕਲੀਨ ਸਵੀਪ ਹੀ ਹੋ ਗਿਆ ਤੁਹਾਡਾ, ਤੇ ਹੁਣ ਦੁਆਬੇ ਦੇ ਵਿੱਚ ਤਾਂ ਚੰਗਾ ਆਧਾਰ ਹੈ ਬੀਐਸਪੀ ਦਾ। ਫਿਰ ਤੁਸੀਂ ਅਪਰੋਚ ਕਰ ਰਹੇ ਹੋ ਜਾਂ ਨਹੀਂ? ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਅਪਰੋਚ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਦੇਖੋ, ਜੇ ਮੇਰੀ ਜਾਤੀ ਰਾਏ ਲੈਂਦੇ ਹੋ, ਮੈਂ ਕਹਿੰਦਾ ਕਰਨਾ ਚਾਹੀਦਾ, ਪਰ ਹੋ ਰਿਹਾ ਜਾਂ ਨਹੀਂ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਹੈ। ਰਹੀ ਗੱਲ ਸਾਡੇ ਆਧਾਰ ਦੀ ਗੱਲ, ਜੋ 2017 ਦੀ ਗੱਲ ਸੀ ਨਾ, ਉਹ ਐਤਕੀ ਨਹੀਂ ਹੈਗੀ, ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਲਈ ਕੰਮ ਕਰ ਰਹੀ ਹੈ, ਲੋਕਾਂ ਦੀ ਵਿਚ ਰਹੀ ਹੈ। ਔਰ ਉਹਨਾਂ ਲੋਕਾਂ ਲਈ ਕੰਮ ਕਰੇ ਜਿਹੜੇ ਬਿਲਕੁਲ ਥੱਲੇ ਤਬਕੇ ਵਾਲੇ ਲੋਕ ਨੇ। ਅਸੀਂ ਦਿੱਲੀ 'ਚ ਵੀ ਜਿਹੜਾ ਕੰਮ ਕਰਕੇ ਦਿਖਾਇਆ, ਉਹ ਜਿਹੜੇ ਦਬੇ ਕੁਚਲੇ ਲੋਕ ਨੇ ਜਿਹਨੂੰ ਅਸੀਂ ਦਲਿਤ ਕਹਿੰਦੇ ਆ, ਅਸੀਂ ਉਹਨਾਂ ਲਈ ਬਹੁਤ ਵੱਡੇ ਕੰਮ ਕੀਤੇ ਨੇ। 2500 ਰੁਪਏ ਪੈਨਸ਼ਨ ਵੀ ਲਾਈ ਹੈ, ਉਹਨਾਂ ਦੇ ਇਲਾਜ ਫ੍ਰੀ ਕੀਤੇ ਨੇ, ਬੜਾ ਕੁਝ ਕੀਤਾ ਹੈ, ਬੱਸਾਂ ਸਫ਼ਰ ਫ੍ਰੀ ਕੀਤਾ ਹੈ, ਐਜੂਕੇਸ਼ਨ ਦੇ ਵਿੱਚ ਅਸੀਂ ਬੜਾ ਵੱਡਾ ਕੰਮ ਉੱਥੇ ਕੀਤਾ। ਤੇ ਇਹ ਸਾਰੇ ਲੋਕ ਪੰਜਾਬ ਦੇ ਵੀ ਜਾਣਦੇ ਨੇ, ਦਲਿਤ ਭਾਈਚਾਰਾ ਵੀ ਜਾਣਦਾ ਵੀ ਜੇ ਉਹਨਾਂ ਦਾ ਕੋਈ ਭਲਾ ਕਰ ਸਕਦਾ ਤੇ ਇੱਕੋ ਇੱਕ ਪਾਰਟੀ ਉਹ ਜਿਹੜੀ ਆਮ ਆਦਮੀ ਪਾਰਟੀ ਹੈ, ਹੋਰ ਕੋਈ ਪਾਰਟੀ। ਬਾਕੀ ਪਾਰਟੀਆਂ ਰਾਜ ਦੇਖ ਚੁੱਕੇ ਸਾਰਾ ਕੁਝ, ਅਕਾਲੀ ਦਲ ਦਾ ਵੀ ਰਾਜ ਦੇਖ ਚੁੱਕੇ ਨੇ, ਕਾਂਗਰਸ ਦਾ ਵੀ ਦੇਖ ਚੁੱਕੇ ਨੇ, ਤੇ ਹੁਣ ਉਹਨਾਂ ਦੇ ਸਾਹਮਣੇ ਇੱਕੋ ਹੀ ਹੈ, ਉਹਨਾਂ ਜੋ ਆਸ ਹੈਗੀ ਪੰਜਾਬ ਦੇ ਲੋਕਾਂ ਨੂੰ, ਉਹ ਆਮ ਆਦਮੀ ਪਾਰਟੀ ਹੈ, ਹੋਰ ਕੋਈ ਪਾਰਟੀ ਨਹੀਂ। ਔਰ ਆਮ ਆਦਮੀ ਪਾਰਟੀ ਹੈ ਜਿਹੜੇ ਗਰੀਬ ਲੋਕਾਂ ਦੇ ਮੁੱਦੇ ਵੀ ਉਠਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਲਾ ਲਓ, ਇਹ ਤਾਂ ਮਾਫੀਆ, ਇਹਨਾਂ ਦੇ ਸਮਝ ਮਾਫੀਆ ਰਾਜੇ ਚੱਲਿਆ, ਲੁੱਟ ਹੋਈ ਹੈ ਗਰੀਬਾਂ ਦੀ ਸਾਰਿਆਂ ਦੀ। ਸੋ ਇਹਨਾਂ ਦੇ ਕੋਲ ਲੋਕ ਅੱਕ ਚੁੱਕੇ ਨੇ, ਥੱਕ ਚੁੱਕੇ ਨੇ, ਬਿਲਕੁਲ ਗੱਠਜੋੜ ਜੋ ਮਰਜ਼ੀ ਹੋ ਜਾਵੇ। ਠੀਕ ਹੈ ਸਰ, ਉਹ ਤਾਂ ਹੁਣ ਗੱਲ ਇਹ ਹੈ ਨਾ ਕਿ ਤੁਸੀਂ ਕਹਿ ਰਹੇ ਹੋ 2017 ਵਾਲਾ ਟਾਈਮ ਨਹੀਂ ਹੈਗਾ, ਪਰ 2017 ਮੈਨੂੰ ਯਾਦ ਹੈ ਕਿ 2016 ਚ 100 ਸੀਟਾਂ ਦਾ ਤਾਂ ਤੁਸੀਂ ਦਾਅਵਾ ਕਰਨ ਲੱਗ ਗਏ ਸੀ। ਇਸ ਵਾਰੀ 6 ਮਹੀਨੇ ਹੀ ਬਾਕੀ ਨੇ ਚੋਣਾਂ ਨੂੰ, ਪਰ ਇਸ ਤਰ੍ਹਾਂ ਦਾ ਕੋਈ ਵਾਅਦਾ ਤਾਂ ਜਾਂ ਦਾਅਵਾ ਹੁਣ ਤੱਕ ਨਜ਼ਰ ਨਹੀਂ ਆਇਆ। ਮੈਂ ਇਸ ਪੁਆਇੰਟ ਦੇ ਉੱਤੇ ਵਾਪਸ ਆਉਂਗਾ। ਮੈਂ ਜੀ ਇੱਕੋ ਗੱਲ ਕਰ ਲਓ, ਡਿਮਾਂਡ ਸਾਹਿਬ ਕੰਪਲੀਟ ਕਰ ਲਓ। ਗੌਰਵ ਜੀ, ਉਹ ਸਾਡੀ 100 ਸੀਟ ਸਾਨੂੰ ਮਿਲਣੀ ਸੀ, ਪਰ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਫੜ ਕੇ ਝੂਠ ਬੋਲੇ ਨਾ ਪੰਜਾਬ ਦੇ ਲੋਕਾਂ ਨਾਲ, ਉਹ ਪੰਜਾਬ ਦੇ ਲੋਕ ਵਿਸ਼ਵਾਸ ਕਰ ਗਏ ਦੇ ਪਰ, ਕਿਉਂਕਿ ਬਹੁਤ ਕੁਝ ਝੂਠ ਬੋਲਿਆ ਗਿਆ, ਕਰਜ਼ੇ ਮਾਫ ਕਰਨ ਦਾ, ਘਰ ਨੌਕਰੀ ਦਾ, ਨਸ਼ੇ ਖਤਮ ਕਰਨ ਦਾ, ਬੜਾ ਕੁਝ ਝੂਠ ਬੋਲਿਆ ਗਿਆ। ਲੋਕ ਉਸ ਝੂਠ ਦੇ ਚੱਕਰ ਵਿੱਚ ਫਸ ਗਏ ਨੇ, ਤੇ ਉਹ ਸਾਡਾ ਇਸ ਕਰਕੇ ਸਾਡੀ ਹਾਰ ਹੋਈ। ਐਂਡ ਆਫ ਦਾ ਡੇ ਰਿਜ਼ਲਟ ਤਾਂ ਇਹ ਸੀ ਨਾ, ਤੁਹਾਡੀ ਸਰਕਾਰ ਨਹੀਂ ਬਣੀ। ਨਹੀਂ ਦੇਖੋ, ਇਹ ਤਾਂ ਤੁਸੀਂ ਵੀ ਮੰਨੋ ਨਾ ਕਿ ਤੁਹਾਡੀ ਸਰਕਾਰ ਨਹੀਂ ਬਣੀ, ਉਹ ਤੁਸੀਂ 2022 ਦੇ ਵਿੱਚ ਹੋਰ ਕਾਂਗਰਸ, ਇਹ ਤਾਂ ਕਈ ਵਾਰ ਹੁੰਦਾ ਨਾ ਕਿ ਖੁਦ ਨੂੰ ਸਮਝਾਉਣ ਵਾਲੀ ਗੱਲ ਹੋਗੀ। ਹੁਣ ਤੁਸੀਂ ਕਹੋ ਕਿ ਬਾਅਦ ਦੇ ਵਿੱਚ ਕਿ ਬੀਐਸਪੀ ਨਾਲ ਅਕਾਲੀ ਦਲ ਦਾ ਗੱਠਜੋੜ ਹੋ ਗਿਆ ਸੀ, ਇਸ ਕਰਕੇ ਉਹਨਾਂ ਵਾਲੇ ਪਾਸੇ ਸਾਰਾ ਵੋਟ ਬੈਂਕ ਚਲਾ ਗਿਆ, ਜਾਂ ਕਾਂਗਰਸ ਕੋਲ ਚਲਾ ਗਿਆ, ਜਾਂ ਫਿਰ ਕਿਸੇ ਹੋਰ ਕੋਲ ਚਲਾ ਗਿਆ। ਨਹੀਂ, ਸਾਡਾ ਜਿਹੜਾ ਵੋਟ ਬੈਂਕ ਸੀ ਉਹ ਝੂਠ ਕਰਕੇ ਚਲਾ ਗਿਆ, ਲੋਕ ਗਮਰਾਹ ਹੋ ਗਏ, ਲੋਕ ਇਹਨਾਂ ਦੇ ਛਲਾਵੇ ਚ ਆ ਗਏ, ਕਿਉਂਕਿ ਬੜਾ ਝੂਠ ਵੀ ਦੇਖੋ, ਜਦੋਂ ਗੁਟਕਾ ਸਾਹਿਬ ਨੂੰ ਹੱਥ ਫੜ ਕੇ ਝੂਠ ਬੋਲਣਾ ਹੈ ਨਾ, ਤੇ ਪੰਜਾਬ ਦੇ ਲੋਕ ਤਾਂ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਜ਼ਿਆਦਾ ਕਦਰ ਕਰਦੇ ਨੇ। ਚਲੋ ਰਜੇਸ਼ ਜੀ, ਮੈਂ ਤੁਹਾਡੇ ਕੋਲ ਆਣਾ, ਇੱਕ ਮੈਂ ਰਿਐਕਸ਼ਨ ਲੈਣਾ, ਮੈਂ ਇੱਕ ਰਿਐਕਸ਼ਨ ਲੈਣਾ। ਪ੍ਰਿੰਸ ਜੀ, ਇੱਕ ਰਿਐਕਸ਼ਨ ਦੇ ਦਿਓ। ਪ੍ਰਿੰਸ ਜੀ, ਉਮੀਦ ਹੈ ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੋਏਗੀ, ਇੱਕ ਰਿਐਕਸ਼ਨ ਦੇ ਦਿਓ। ਟਿਵਾਣਾ ਸਾਹਿਬ ਲਗਾਤਾਰ ਕਾਂਗਰਸ ਨੂੰ ਕਹਿ ਰਹੇ ਨੇ ਕਿ ਸਾਡੀ ਤਾਂ ਸਰਕਾਰ ਬਣ ਜਾਂਦੀ, ਪਰ ਤੁਸੀਂ ਅਜਿਹੇ ਵਾਅਦੇ ਕਰ ਦਿੱਤੇ, ਉਹਨਾਂ ਮੁਤਾਬਕ ਤੁਸੀਂ ਝੂਠੇ ਵਾਅਦੇ ਕਰ ਦਿੱਤੇ, ਇਸ ਕਰਕੇ ਤੁਹਾਡੀ ਸਰਕਾਰ ਬਣ ਗਈ ਤੇ ਅਸੀਂ ਸੱਤਾ 'ਚ ਨਹੀਂ ਆ ਪਾਏ। ਇਹਦੇ ਵਿੱਚ ਗੌਰਵ ਜੀ ਕੋਈ ਸ਼ੱਕ ਨਹੀਂ ਗੁੰਮਰਾਹ ਕਰਕੇ ਲੋਕਾਂ ਨੂੰ ਪ੍ਰਚਾਰ ਝੂਠੇ ਕਰਕੇ ਦਿੱਲੀ ਮਾਡਲ ਇਹਨਾਂ ਦਾ ਐਕਸਪੋਜ਼ ਹੋ ਗਿਆ,
ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਇਹ ਗੱਲਾਂ ਕਰਦੇ ਨੇ ਆਪਣੀਆਂ ਨਾਕਾਮੀਆਂ ਛੁਪਾਉਣ ਲਈ। ਇਹਨਾਂ ਦੇ ਬਹੁਤ ਸਾਰੇ ਐਮਐਲਏ ਜਿਹੜੇ ਆ 203 ਸ਼ਾਮਲ ਹੋ ਗਏ, ਬਾਕੀ ਹੋਰ ਐਮਐਲਏ ਇਹਨਾਂ ਦੇ ਆਉਣ ਵਾਲੇ ਦਿਨਾਂ 'ਚ ਕਾਂਗਰਸ ਜੁਆਇਨ ਕਰ ਲਿਆ। ਇਹਨਾਂ ਦੀ ਲੀਡਰਸ਼ਿਪ ਤੇ ਸਵਾਲ ਖੜਾ ਕੀਤਾ। ਇਹ ਗੱਲਾਂ ਕਰਦੇ ਨੇ ਇੱਥੇ ਟੀਵੀ ਤੇ ਬਹਿ ਕੇ ਝੂਠਾ ਪ੍ਰਚਾਰ ਕਰਦੇ ਨੇ। ਤੁਸੀਂ ਦੇਖੋ ਇਹਨਾਂ ਦਾ ਕੋਈ ਆਧਾਰ ਨਹੀਂ ਹੈ ਪੰਜਾਬ ਦੇ ਵਿੱਚ, ਇਹ ਬਿਲਕੁਲ ਐਕਸਪੋਜ਼ ਹੋ ਚੁੱਕੇ ਨੇ। ਜੋ ਦਿੱਲੀ ਹਾਲ ਹੋਇਆ ਇਹ ਗੱਲ ਕਰਦੇ ਨੇ ਪੈਨਸ਼ਨਾਂ ਦੀ, ਦਲਿਤਾਂ ਦੀ। ਦੱਸਣਾ ਕੀ ਕੀਤਾ ਉੱਥੇ? ਆਰਟੀਏ 'ਚ ਕੋਈ ਤੁਸੀਂ ਕੰਮ ਨਹੀਂ ਕੀਤਾ। ਆਰਟੀਏ ਦੀਆਂ ਰਿਪੋਰਟਾਂ ਨੇ ਮੇਰੇ ਕੋਲ ਗੌਰਵ ਜੀ, ਮੈਂ ਤੁਹਾਨੂੰ ਭੇਜ ਦੇਣਾ। ਕਿਸੇ ਨੂੰ ਇਹਨਾਂ ਕੁਛ ਨਹੀਂ ਕੀਤਾ, ਕੋਈ ਐਸੀ ਭਾਈਚਾਰੇ ਲਈ ਕੋਈ ਕੰਮ ਨਹੀਂ ਇਹਨਾਂ ਨੇ ਕੀਤਾ। ਇੱਥੇ ਪੰਜਾਬ 'ਚ ਗੱਲਾਂ ਮਾਰਦੇ ਨੇ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ। ਮੈਂ ਅੱਗੇ ਤੁਹਾਨੂੰ ਦੱਸ ਕੇ ਗਿਆ ਗੌਰਵ ਜੀ ਕਿ ਜਿੰਨਾ ਕਾਂਗਰਸ ਨੇ ਸਨਮਾਨ ਆਪਣੇ ਦਲਿਤ ਭਾਈਚਾਰੇ ਨੂੰ ਵਰਗ ਨੂੰ ਦਿੱਤਾ ਵਾ, ਜਿੰਨੇ ਉਹਨਾਂ ਦੀ ਕੰਮ ਕੀਤੇ ਨੇ, ਉਹ ਬਿਲਕੁਲ ਲੋਕ ਉਸ ਕੰਮ ਤੇ ਮੋਹਰ ਲਾ ਰਹੇ ਨੇ। ਔਰ ਅੱਜ ਜਿਹੜਾ ਹੈਗਾ ਵਾ ਉਹ ਸਾਰਾ ਚਲੋ ਮੈਂ ਠੀਕ ਆ, ਆਪਾਂ ਇੱਕ ਰਿਐਕਸ਼ਨ ਲਵਾਂਗੇ ਟਿਵਾਣਾ ਜੀ ਤੋਂ। ਇੱਕ ਵਾਰੀ ਬੀਜੇਪੀ ਵਾਲੇ ਪਾਸੇ ਚਲੇ ਜਾਓ, ਬੜੀ ਦੇਰ ਦੇ ਵੇਟ ਕਰ ਰਹੇ ਨੇ ਰਾਜੇਸ਼ ਜੀ। ਰਾਜੇਸ਼ ਜੀ, ਲੱਗਦਾ ਨਹੀਂ ਕਿ ਬੀਜੇਪੀ ਨੇ ਸੀਐਮ ਵਾਲਾ ਅਨਾਉਂਸ ਕਰਕੇ ਜਾਂ ਸੀਐਮ ਵਾਲਾ ਜ਼ਿਕਰ ਕਰਕੇ ਜਲਦੀ ਪੱਤੇ ਖੋਲਤੇ? ਤੁਸੀਂ ਤਾਂ ਜਿਹੜਾ ਪੂਰਾ ਪਲਾਨ ਬਣਾ ਰਹੇ ਸੀ ਉਹਦੇ ਉੱਤੇ ਬਾਕੀ ਪਾਰਟੀਆਂ ਤੁਰ ਰਹੀਆਂ ਨੇ ਜਾਂ ਆਲਰੇਡੀ ਉਹਨਾਂ ਦੇ ਪਲਾਨ ਦੇ ਵਿੱਚ ਹੋਵੇ ਸ਼ਾਇਦ। ਤੇ ਜੇ ਬੀਐਸਪੀ ਨਾਲ ਹੋ ਗਿਆ ਗਠਜੋੜ ਤਾਂ ਫਿਰ ਜਿਹੜਾ ਦਲਿਤ ਵੋਟ ਬੈਂਕ ਤੇ ਤੁਹਾਡਾ ਫੋਕਸ ਸੀ ਉਸਦਾ ਕੀ ਬਣੇਗਾ? ਦੇਖੋ ਇਸ ਤਰ੍ਹਾਂ ਆ, ਆਮ ਆਦਮੀ ਪਾਰਟੀ ਨੇ 2017 ਤੋਂ ਪਹਿਲਾਂ ਕਿਹਾ ਸੀ ਅਸੀਂ ਡਿਪਟੀ ਸੀਐਮ ਬਣਾਵਾਂਗੇ। ਉਸ ਤੋਂ ਬਾਅਦ ਕਾਂਗਰਸ ਨੇ ਕਿਹਾ ਡਿਪਟੀ ਸੀਐਮ ਅਸੀਂ ਬਣਾਵਾਂਗੇ ਜੇ ਸਾਡੀ ਸਰਕਾਰ ਬਣੀ। ਹੁਣ ਅਕਾਲੀ ਦਲ ਨੇ ਵੀ ਕਿਹਾ ਸੀ ਡਿਪਟੀ ਸੀਐਮ ਬਣਾਵਾਂਗੇ, ਪਰੰਤੂ ਕਾਂਗਰਸ ਸਰਕਾਰ ਕਿਹਾ ਸੀ। ਅੱਛਾ, ਹੁਣ ਕਾਂਗਰਸ ਦੇ ਹਾਲਾਤ ਇਹ ਆ, ਇਹਨਾਂ ਨੇ ਕਿਹਾ ਸੀ ਸਾਰੇ ਦਲਿਤਾਂ ਦੇ ਵਾਅਦੇ ਪੂਰੇ ਕਰ ਲਏ। ਉਹ 2 ਲੱਖ ਕੱਲ ਜਿਹੜੀ ਖਬਰਾਂ ਚੱਲੀਆਂ ਵੀ 2 ਲੱਖ ਬੱਚੇ ਦੇ ਸਰਟੀਫਿਕੇਟ ਫਸੇ ਪਏ ਆ। ਜੇ ਪੁਰਾਣੇ ਵੀ ਜੋੜ ਲਏ ਜਾਣ 10 ਲੱਖ ਬੱਚਾ ਲਗਭਗ ਆ ਜਿਹੜਾ ਸਫਰ ਕਰ ਰਿਹਾ। ਸ਼ਡਿਊਲ ਕਾਸਟ ਪੋਸਟ ਮੈਟ੍ਰਿਕ 'ਚ ਇਹੋ ਬੁਰਾ ਹਾਲ ਕੀਤਾ ਪਿਆ ਕਾਂਗਰਸ ਨੇ ਵੀ ਉਹ ਤੇ ਬੱਚਿਆਂ ਦਾ ਤੇ ਕੋਈ ਸਾਰ ਨਹੀਂ ਲੈ ਰਹੇ। ਹਾਂ, ਲੀਡਰ ਸ਼ਡਿਊਲ ਕਾਸਟ ਜਿਹੜੇ ਜ਼ਰੂਰ ਲੜ ਰਹੇ ਆ, ਜਿਹੜੇ ਪਹਿਲਾਂ ਵਧੀਆ ਲੀਡਰ ਮੰਨੇ ਜਾਂਦੇ ਸੀ, ਅੱਜ ਉਹ ਕੁਰਸੀ ਲਈ ਲੜ ਰਹੇ ਆ ਵੀ ਸਾਨੂੰ ਕੋਈ ਨਾ ਕੋਈ ਜ਼ਿੰਮੇਵਾਰੀ ਵੱਡੀ ਮਿਲ ਜਾਵੇ, ਕੋਈ ਗਿਫਟ ਮਿਲ ਜਾਵੇ, ਕੋਈ ਡਿਪਟੀ ਸੀਐਮ ਬਣ ਜਾਵੇ ਜਾਂ ਕੋਈ ਮੰਤਰੀ ਬਣ ਜਾਵੇ। ਇੰਨੀ ਕੁ ਲੜਾਈ ਰਹਿ ਗਈ ਆ। ਪਰੰਤੂ ਜਿਹੜੀ ਬੱਚਿਆਂ ਦੀ ਬਾਂਹ ਫੜਨ ਵਾਲੀ ਸੀ ਜਾਂ ਸ਼ਡਿਊਲ ਕਾਸਟ ਪਰਿਵਾਰਾਂ ਦੀ, ਕਿਉਂਕਿ ਐਜੂਕੇਸ਼ਨ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਗਰੀਬ ਪਰਿਵਾਰ ਨੂੰ, ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਨਾਲ ਛੂਆ-ਛਾਤ ਹੁੰਦਾ ਸੀ, ਪਿੱਛੇ ਰਹਿ ਗਏ ਸੀ, ਜਿਨ੍ਹਾਂ ਨੂੰ ਸਦੀਆਂ ਤੋਂ ਐਜੂਕੇਸ਼ਨ ਤੋਂ ਵਾਂਝੇ ਸੀ, ਉਹਨਾਂ ਨੂੰ ਐਜੂਕੇਸ਼ਨ ਦੇਣ ਦਾ ਸਰਕਾਰ ਦੀ ਜ਼ਿੰਮੇਵਾਰੀ ਸੀ। ਜਿਹੜੀ ਸਰਕਾਰ ਨੇ ਘੁਟਾਲਾ ਕਰਕੇ ਹੱਲੇ ਤੱਕ ਰਿਪੋਰਟ ਹੀ ਨਹੀਂ ਦਿੱਤੀ ਕਿਸੇ ਤਰ੍ਹਾਂ, ਉਹਦੇ ਨੱਪ ਲਈ ਆ। ਕਾਂਗਰਸ ਸਰਕਾਰ ਦਾ ਤੇ ਨੈਤਿਕਤਾ ਤਾਂ ਦਾਰ ਹੀ ਨਹੀਂ ਆ। ਠੀਕ ਹੈ ਰਾਜੇਸ਼ ਜੀ, ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਮੈਨੂੰ ਇੱਕ ਰਿਐਕਸ਼ਨ ਲੈਣਾ ਪੈਣਾ। ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਪ੍ਰਿੰਸ ਕੁਲਰ ਜੀ, ਜਵਾਬ ਦੇ ਦਿਓ। ਇੱਕ ਪਾਸੇ ਬੀਐਸਪੀ ਵਾਲਾ ਗਠਜੋੜ ਅਕਾਲੀ ਦਲ ਦਾ ਇੱਕ ਚੁਣੌਤੀ, ਦੂਜੇ ਪਾਸੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਦੂਜਾ ਮਾਮਲਾ, ਤੇ ਪੂਰਾ ਗੁਣਾ ਗਣਿਤ ਤੁਹਾਡੇ ਖਿਲਾਫ ਨਾ ਚਲਾਇਆ ਜਾਵੇ 2022 ਦੇ ਵਿੱਚ। ਇੱਕ ਪਾਸੇ ਤੁਹਾਡੀ ਵੀ ਖਾਨਾ ਜੰਗੀ ਹੈਗੀ ਹੈ, ਤੁਹਾਡੇ ਵੀ ਪਾਰਟੀ ਦੇ ਜਿਹੜੇ ਦਲਿਤ ਚਿਹਰੇ ਹੈਗੇ ਨੇ ਉਹ ਕਹਿ ਰਹੇ ਨੇ ਕਿ ਸੀਐਮ ਐਲਾਨੋ ਜਾਂ ਫਿਰ ਡਿਪਟੀ ਸੀਐਮ ਐਲਾਨੋ। ਤੁਹਾਡੇ ਜਿਹੜੇ ਸਮੀਕਰਨ ਨੇ ਵਿਗੜ ਸਕਦੇ ਨੇ। ਸਾਡਾ ਬਿਲਕੁਲ ਪਾਰਟੀ ਚ ਆਲਵੇਜ਼ ਵੈਲ ਹੈ, ਕੋਈ ਦਿੱਕਤ ਨਹੀਂ ਹੈ। ਸਾਰੀ ਗੱਲਬਾਤ ਹੋ ਗਈ ਹੈ, ਤੁਸੀਂ ਵੀ ਖਬਰਾਂ ਚਲਾਈਆਂ। ਉਹ ਜਿਹੜੀ ਜ਼ਿੰਮੇਵਾਰੀ ਹਾਈ ਕਮਾਂਡ ਦੇ ਦੇਗੀ ਇਹਨੂੰ, ਡਿਪਟੀ ਸੀਐਮ ਵਾਲੀ ਕੋਈ ਗੱਲ ਨਹੀਂ ਹੈਗੀ। ਅੱਗੇ ਵੀ ਅਸੀਂ ਸਨਮਾਨ ਦਿੱਤਾ, ਕਹਿੰਦੇ ਅਨਾਉਂਸ ਕੀਤਾ ਸੀ, ਬਣਾਇਆ ਨਹੀਂ। ਬੀਜੇਪੀ ਕਹਿੰਦੀ ਹੈ ਕਾਂਗਰਸ ਨੇ ਅਨਾਉਂਸ ਕੀਤਾ, ਕੋਈ ਅਨਾਉਂਸ ਨਹੀਂ ਕੀਤਾ ਜੀ। ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਕਰਦੇ ਆ ਗੌਰਵ ਜੀ, ਇਹ 2007 ਚ ਯੂਪੀਏ ਮਾਈਂਡ ਚ ਅਸੀਂ ਸ਼ੁਰੂ ਕੀਤੀ ਸੀ ਸਰਦਾਰ ਮਨਮੋਹਨ ਸਿੰਘ ਜੀ ਨੇ, ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਰਹੇ ਜੀ। ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇਹਨਾਂ ਦੀ ਸਰਕਾਰ ਬਣੀ, ਇਹਨਾਂ ਨੇ ਕੱਟ ਬੰਦ ਲਾਤੇ, ਕਦੀ ਕੱਟ ਲਾਤੇ ਕਰਤੇ। ਇਹ ਤੇ ਜ਼ਿੰਮੇਵਾਰੀ ਨੇ ਅਕਾਲੀ ਦਲ ਨਾਲ ਇਹਨਾਂ ਦਾ ਭਾਈਵਾਲ ਹੈ। ਉਹਦੇ ਚ ਬੁੱਢਾ ਹਰਸਿਮਰਤ ਕੌਰ ਜੀ ਯੂਨੀਅਨ ਕੈਬਨਿਟ ਮਿਨਿਸਟਰ ਸੀ, ਕਿਉਂ ਨਹੀਂ ਬੋਲੇ? ਅੱਜ ਇਹਨਾਂ ਨੂੰ ਦਲਿਤਾਂ ਦਾ ਡਿਪਟੀ ਸੀਐਮ ਦਾ ਯਾਦ ਆ ਗਿਆ। ਟਿਵਾਣਾ ਸਾਹਿਬ ਇੱਕ ਰਿਐਕਸ਼ਨ ਦੇ ਦਿਓ। ਜੀ ਟਿਵਾਣਾ ਸਾਹਿਬ ਇੱਕ ਰਿਐਕਸ਼ਨ ਦੇ ਦਿਓ। ਤੁਹਾਡੇ ਉੱਤੇ ਵੀ ਬਹੁਤ ਸਾਰੀਆਂ ਉਂਗਲਾਂ ਚੁੱਕ ਦਿੱਤੀਆਂ ਸੀ ਕਾਂਗਰਸ ਨੇ। ਮੇਰੇ ਕੋਲ ਸਮਾਂ ਖਤਮ ਹੋ ਰਿਹਾ ਜੀ। ਸਾਡੇ ਵਰ ਬੱਗਾ ਜੀ ਨੇ ਕਿਹਾ ਵੀ ਅਸੀਂ 2017 ਚ ਕਿਹਾ ਸੀ ਵੀ ਜੇ ਸਾਡੀ ਸਰਕਾਰ ਬਣਦਾ ਅਸੀਂ ਡਿਪਟੀ ਸੀਐਮ ਦਲਿਤ ਭਾਈਚਾਰੇ ਚੋਂ ਲਾਵਾਂਗੇ। ਔਰ ਇਹ ਸੱਚਾਈ ਹੈ, ਅਗਰ ਸਾਡੀ ਸਰਕਾਰ ਬਣਦੀ ਤਾਂ ਅਸੀਂ ਕਿ ਵਾਅਦਾ ਆਗਾ ਪੂਰਾ ਕਰਨਾ ਸੀ। ਪਰ ਅਸੀਂ ਉਸ ਤੋਂ ਬਾਅਦ ਲੀਡਰ ਆਫ ਆਪੋਜੀਸ਼ਨ ਦਾ ਆਪਣਾ ਦਲਿਤ ਚਿਹਰਾ ਦਿੱਤਾ ਜੀ। ਸਾਡੀ ਡਿਪਟੀ ਲੀਡਰ ਹੈ ਮਾਣੂਕੇ ਜੀ, ਉਹ ਵੀ ਸਾਡੇ ਦਲਿਤ ਭਾਈਚਾਰੇ ਤੇ ਨੇ। ਸਾਡਾ ਲੀਡਰ ਆਪੋਜੀਸ਼ਨ ਲੀਡਰ ਤੇ ਡਿਪਟੀ ਲੀਡਰ ਦੋਵੇਂ ਦਲਿਤ ਭਾਈਚਾਰੇ ਤੇ ਨੇ। ਪਹਿਲਾਂ ਫੂਲਕਾ ਸਾਹਿਬ, ਫਿਰ ਖੈਰਾ ਤੇ ਫਿਰ ਹਰਪਾਲ ਚੀਮਾ। ਤੀਜੇ ਨੰਬਰ ਤੇ ਵਾਰੀ ਆਈ ਹਰਪਾਲ ਚੀਮਾ ਜੀ ਦੀ। ਬੰਦ ਹਰਪਾਲ ਸਿੰਘ ਚੀਮਾ ਹੈ ਤਾਂ ਨਾ, ਇਸ ਟਾਈਮ ਤਾਂ ਹਰਪਾਲ ਸਿੰਘ ਚੀਮਾ ਨੇ ਦਲਿਤ ਭਾਈਚਾਰੇ ਚੋਂ ਨੇ। ਡਿਪਟੀ ਲੀਡਰ ਵੀ ਸਾਡੀ ਮੈਡਮ ਰਾਜਵਿੰਦਰ ਕੌਰ ਮਾਣੂਕੇ ਦਲਿਤ ਭਾਈਚਾਰੇ ਚ ਨੇ। ਤੁਸੀਂ ਕਾਂਗਰਸ ਨੇ ਜਾਂ ਅਕਾਲੀ ਦਲ ਖਤਮ ਹੋ ਚੱਲਿਆ ਰਾਜੇਸ਼ ਜੀ 20 ਸੈਕਿੰਡ ਸਰ। ਠੀਕ ਹੈ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਰਾਜੇਸ਼ ਜੀ 20 ਸੈਕਿੰਡ ਪਲੀਜ਼।
ਦੇਖੋ ਅੱਜ ਗੌਰਵ ਜੀ ਜਿਹੜੇ ਹਾਲਾਤ ਆ ਪੰਜਾਬ ਦੇ ਬਹੁਤ ਮਾੜੇ ਆ। ਸ਼ਡਿਊਲ ਕਾਸਟਾਂ ਦੇ ਨਾ ਤੇ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ, ਜਿਹੜੀਆਂ ਵੈਕੈਂਸੀਆਂ ਨਿਕਲੀਆਂ ਖਤਮ ਕਰ ਦਿੱਤੀਆਂ ਗਈਆਂ। ਜਿਹੜੇ ਬਾਕੀ ਰਾਜਨੀਤਿਕ ਤੌਰ ਤੇ ਆ, ਕਿਸੇ ਪਾਰਟੀ ਨੇ ਨਾ ਤੇ ਜ਼ਿਲ੍ਹਾ ਪ੍ਰਧਾਨ ਕੋਈ ਸ਼ਡਿਊਲ ਕਾਸਟ ਬਣਾਉਂਦੇ ਆ। ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਸੇ ਦੇ ਜ਼ਿਲ੍ਹਾ ਪ੍ਰਧਾਨ ਵੀ ਨਹੀਂ, ਨਾ ਸਟੇਟ ਦੀ ਮੇਨ ਬੋਡੀਆਂ 'ਚ ਨਾ ਕੋਰ ਗਰੁੱਪਾਂ 'ਚ, ਸਿਰਫ ਤੇ ਸਿਰਫ ਦਿਖਾਵਾ ਆ। ਇਸ ਵੇਲੇ ਜਿੰਨੇ ਮੁਲਾਜ਼ਮ ਆ ਉਹਦੇ 6ਵੇਂ ਪੇ ਕਮਿਸ਼ਨ ਨੂੰ ਤਰਸੀ ਜਾਂਦੇ ਆ। ਦੂਸਰੇ ਪਾਸੇ ਜਿਹੜੇ ਸ਼ਡਿਊਲ ਕਾਸਟਾਂ ਦੇ ਤਰੱਕੀਆਂ ਹੋਣ ਵਾਲੀਆਂ ਉਹ ਤੇ ਕਮਿਸ਼ਨਾਂ ਨੂੰ ਨੋਟਿਸ ਲੈਣਾ ਪੈ ਰਿਹਾ। ਆਏ ਦਿਨ ਨੈਸ਼ਨਲ ਕਮਿਸ਼ਨ, ਐਸਸੀ ਕਮਿਸ਼ਨ ਦਾ ਨੋਟਿਸ ਆ ਜਾਂਦਾ। ਇਹ ਹਾਲਾਤ ਅੱਜ ਪੰਜਾਬ ਦੇ ਵੀ ਸ਼ਡਿਊਲ ਕਾਸਟਾਂ ਦਾ ਬਹੁਤ ਮਾੜਾ ਹਾਲ ਆ। ਠੀਕ ਹੈ ਰਾਜੀ ਜੀ, ਮਾਫੀ ਚਾਹਨਾ ਵਿਚਾਰੇ ਰੋਕਦੇ ਆ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਜਿਹੜੀ ਗੱਲ ਰੱਖ ਰਹੇ ਹੋ, ਤੁਸੀਂ ਲਿਸਟ ਲੰਬੀ ਕਰ ਲਓ। ਜਿਹੜੇ ਨਾਮ ਲਗਾ ਰਹੇ ਹੋ ਤੁਸੀਂ, ਦਲਿਤ ਵੋਟ ਬੈਂਕ ਤੇ ਇਸ ਸਮੇਂ ਬੀਜੇਪੀ ਫੋਕਸ ਕਰ ਰਹੀ ਹੈ, ਲੋਕਾਂ ਨੂੰ ਦਿਖ ਰਿਹਾ ਹੈ। ਤੇ ਤੁਸੀਂ ਜਾ ਕੇ ਦੱਸਿਓ ਲੋਕਾਂ ਨੂੰ, ਫਿਰ ਦੇਖਦੇ ਹਾਂ ਕਿ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਸੁਣਾਉਂਦੇ ਨੇ। ਕਿ ਚੁਣੌਤੀ ਸਭ ਦੇ ਲਈ ਹੋਏਗੀ, ਖਾਸ ਤੌਰ ਤੇ ਜਿਸ ਤਰੀਕੇ ਨਾਲ ਦਲਿਤ ਵੋਟ ਬੈਂਕ ਦਾ ਲਗਾਤਾਰ ਜ਼ਿਕਰ ਹੋ ਰਿਹਾ, ਪਰ ਕੀ ਬਾਕੀ ਅਕਾਲੀ ਦਲ ਤੇ ਬੀਐਸਪੀ ਦਾ ਗਠਜੋੜ ਹੋ ਜਾਏਗਾ? ਕਿਉਂਕਿ ਦਿਨ ਦੇ ਵਿੱਚ ਬਿਆਨ ਸਾਹਮਣੇ ਆਇਆ, ਉਸ ਤੋਂ ਬਾਅਦ ਲੱਗਿਆ ਕਿ ਇਹ ਤਾਂ ਗੱਲ ਸਿਰੇ ਚੜਨ ਵਾਲੀ ਹੈ। ਪਰ ਦੇਰ ਸ਼ਾਮ ਜਿਸ ਤਰੀਕੇ ਨਾਲ ਜਸਵੀਰ ਸਿੰਘ ਗੜੀ ਜੀ ਸਾਡੇ ਨਾਲ ਜੁੜੇ ਤੇ ਇੱਕ ਸਸਪੈਂਸ ਜ਼ਰੂਰ ਕ੍ਰੀਏਟ ਹੋ ਗਿਆ ਕਿ ਵਾਕਈ ਗੱਲਬਾਤ ਹੋ ਵੀ ਰਹੀ ਹੈ ਜਾਂ ਨਹੀਂ ਹੋ ਰਹੀ। ਪੰਜਾਬ ਬੀਐਸਪੀ ਦੀ ਇਕਾਈ ਨੂੰ ਪਤਾ ਵੀ ਹੈ ਕਿ ਨਹੀਂ ਪਤਾ ਹੈ। ਖੈਰ ਦੇਖਣਾ ਹੋਏਗਾ ਕਿ ਗਠਜੋੜ ਹੁੰਦਾ ਹੈ ਤੇ ਜਾਂ ਨਹੀਂ ਹੁੰਦਾ। ਜੇ ਹੁੰਦਾ ਹੈ ਤਾਂ ਫਿਰ ਕਿੰਨੀ ਕੁ ਕਰਾਮਾਤ ਜਾਂ ਕਮਾਲ ਇਹ ਗਠਜੋੜ ਕਰ ਸਕੇਗਾ 22 ਦੀਆਂ ਚੋਣਾਂ ਦੇ ਵਿੱਚ। ਪ੍ਰਾਈਮ ਟਾਈਮ 'ਚ ਅੱਜ ਲਈ